Dear students, welcome back to new lecture. Yesterday we have studied about physical quantity. Those quantities which can be measured, ਜਿਨ੍ਹਾਂ ਨੂੰ ਅਸੀਂ ਮਾਪ ਸਕਦੇ ਹਾਂ, ਉਸ ਨੂੰ ਅਸੀਂ physical quantity ਕਹਿੰਦੇ ਹਾਂ। ਇਹ ਲਾਸਟ ਟਾਈਮ ਅਸੀਂ ਪੜ੍ਹ ਚੁੱਕੇ ਹਾਂ। ਫਿਜ਼ੀਕਲ ਕੁਆਂਟਿਟੀ ਨੂੰ ਅਸੀਂ ਡਿਨੋਟ ਕੀਤਾ ਸੀ ਕੈਪੀਟਲ Q। ਇਟ ਮੇ ਬੀ ਲੈਂਥ, ਇਟ ਮੇ ਬੀ ਮਾਸ, ਟਾਈਮ, ਵੈਲੋਸਿਟੀ, ਸਪੀਡ, ਇਟ ਮੇ ਬੀ ਐਨੀ ਕੁਆਂਟਿਟੀ। ਇਟ ਇਜ਼ ਇਕੁਅਲ ਟੂ NU। N ਕੀ ਸੀਗਾ? ਜਦੋਂ ਅਸੀਂ ਉਸ ਨੂੰ ਮਾਪਿਆ ਉਹਦੀ ਜਿਹੜੀ ਨਿਊਮੈਰੀਕਲ ਵੈਲਿਊ ਆਈ, ਮੈਗਨੀਟਿਊਡ ਉਹਦੀ ਜਿਹੜੀ ਵੈਲਿਊ ਆਈ, ਜੇ ਅਸੀਂ ਮਾਸ ਮਾਪਿਆ ਸੀ, ਸਾਡਾ ਮਾਸ ਆਇਆ ਸੀ ਮੰਨ ਲਓ 70 ਤੇ ਇੱਥੇ 70 ਆਏਗਾ। And what was U? U ਕੀ ਸੀਗਾ? U was the standard of measurement। ਉਸ physical quantity ਨੂੰ ਮਾਪਣ ਵਾਸਤੇ ਜਿਹੜਾ ਅਸੀਂ standard choose ਕੀਤਾ ਸੀ, that is called unit। That standard should be of same kind as that of physical quantity। physical quantity ਨੂੰ ਅਸੀਂ ਮਾਪਣਾ ਹੈ। ਪਹਿਲਾਂ ਦੇਖਣਾ ਹੈ ਕਿ ਫਿਜ਼ੀਕਲ ਕੁਆਂਟਿਟੀ ਦੀ ਨੇਚਰ ਕਿਸ ਤਰ੍ਹਾਂ ਹੈ। ਜੇ ਅਸੀਂ ਉਹ ਮਾਸ ਮਾਪ ਰਹੇ ਹਾਂ ਤੇ ਉਹਦੇ ਵਾਸਤੇ ਅਸੀਂ ਜਿਹੜਾ ਹੈ ਮੀਟਰ ਸਕੇਲ ਨਹੀਂ ਲੈਣਾ। ਜਿਸ ਤਰ੍ਹਾਂ ਦੀ ਫਿਜ਼ੀਕਲ ਕੁਆਂਟਿਟੀ ਹੈ ਉਸੇ ਤਰੀਕੇ ਦਾ ਜਿਹੜਾ ਹੈ ਯੂਨਿਟ ਸਾਨੂੰ ਡਿਸਾਈਡ ਕਰਨਾ ਪਏਗਾ। ਜੇ ਅਸੀਂ ਟਾਈਮ ਨੂੰ ਅਸੀਂ ਮਾਪਣਾ ਚਾਹੁੰਦੇ ਹਾਂ, ਦੈਨ ਅਸੀਂ ਸੈਕਿੰਡ ਵੀ ਲੈ ਸਕਦੇ ਹਾਂ, ਮਿੰਟ ਵੀ ਲੈ ਸਕਦੇ ਹਾਂ, ਜਾਂ ਟਾਈਮ ਨੂੰ ਅਸੀਂ ਆਵਰਸ ਦੇ ਵਿੱਚ ਵੀ ਮਾਪ ਸਕਦੇ ਹਾਂ। ਇਟ ਮੀਨਸ the standard of unit should be of same kind as that of physical quantity। Now please tell, ਇਹਨਾਂ ਵਿੱਚੋਂ ਕਿਹੜਾ ਰਿਲੇਸ਼ਨ ਜਿਹੜਾ ਹੈ N ਤੇ U ਦੇ ਵਿੱਚ ਜਿਹੜਾ ਬਿਲਕੁਲ ਸਹੀ ਹੈ? N ਤੇ U ਦੇ ਵਿੱਚ ਕਿਹੜਾ ਰਿਲੇਸ਼ਨ ਸਹੀ ਹੈ? ਇਹ ਲਾਸਟ ਟਾਈਮ ਅਸੀਂ ਸਟੱਡੀ ਕੀਤਾ ਕਿ ਮੈਗਨੀਟਿਊਡ is inversely proportional to size of unit। ਜੇ ਅਸੀਂ ਯੂਨਿਟ ਦਾ ਸਾਈਜ਼ ਵੱਡਾ ਚੂਜ਼ ਕਰਾਂਗੇ ਤੇ ਉਹਦੇ ਨਾਲ ਜਿਹੜਾ ਹੈ ਉਹਦਾ ਜਿਹੜਾ ਮੈਗਨੀਟਿਊਡ ਘੱਟ ਆਏਗਾ। ਅਸੀਂ ਇੱਕ ਐਗਜ਼ਾਮਪਲ ਲਈ ਸੀ ਸ਼ੂਗਰ ਦੀ, 2 ਕਿਲੋ ਜਾਂ 2000 ਜਿਹੜਾ ਸੀ ਅਸੀਂ ਗ੍ਰਾਮ ਬੋਲਿਆ ਸੀਗਾ, ਤੇ ਅਸੀਂ ਜੇ ਕਿਲੋ ਚੂਜ਼ ਕਰਦੇ ਸੀ ਤਾਂ ਨਿਊਮੈਰੀਕਲ ਵੈਲਿਊ ਘੱਟ ਆਈ ਸੀ, ਤੇ ਜੇ ਅਸੀਂ ਗ੍ਰਾਮ ਚੂਜ਼ ਕਰਦੇ ਹਾਂ ਤੇ ਨਿਊਮੈਰੀਕਲ ਵੈਲਿਊ ਸਾਡੀ ਉਹ ਜ਼ਿਆਦਾ ਹੋ ਜਾਂਦੀ ਹੈ। कि size of unit and numerical value are inversely proportional to each other। This is the relation between N and U for any given physical quantity। Now today there are 3 topics which we are going to discuss। Number 1, who decides the units? ਇਹ ਯੂਨਿਟਸ ਜਿਹੜੇ ਨੇ ਇਹਨੂੰ ਡਿਸਾਈਡ ਕੌਣ ਕਰਦਾ ਹੈ? ਪਹਿਲਾਂ ਤਾਂ ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ। ਉਸ ਤੋਂ ਬਾਅਦ ਫੰਡਾਮੈਂਟਲ ਤੇ ਡਰਾਈਵਡ ਕੁਆਂਟੀਟੀਜ਼ ਬਾਰੇ ਆਪਾਂ ਗੱਲ ਕਰਨੀ ਅੱਜ। ਐਂਡ the number 3 will be the system of units। Now the first one is, who decide the units? ਜਿਹੜਾ ਸਾਡਾ 1 kg ਅਸੀਂ ਮਾਸ ਨੂੰ ਮੈਜ਼ਰ ਕਰਨ ਵਾਸਤੇ ਇੱਕ ਸਟੈਂਡਰਡ ਚੂਜ਼ ਕੀਤਾ, ਲੈਂਥ ਨੂੰ ਮੈਜ਼ਰ ਕਰਨ ਵਾਸਤੇ 1 ਮੀਟਰ, 1 ਸੈਂਟੀਮੀਟਰ, ਮਿਲੀਮੀਟਰ, ਟਾਈਮ ਨੂੰ ਮੈਜ਼ਰ ਕਰਨ ਵਾਸਤੇ ਇੱਕ ਸੈਕਿੰਡ ਚੂਜ਼ ਕੀਤਾ ਹੋਇਆ ਹੈ, ਮਿੰਟ ਮੰਨ ਕੇ ਚੱਲਦੇ ਹਾਂ। ਇਹ ਯੂਨਿਟ ਨੂੰ ਡਿਸਾਈਡ ਕੌਣ ਕਰਦਾ ਹੈ? ਪਹਿਲੀ ਗੱਲ ਤੇ ਜਿਹੜੀ ਵੀ ਬਾਡੀ ਇਸ ਨੂੰ ਡਿਸਾਈਡ ਕਰਦੀ ਹੈ, ਜਿਹੜੀ ਵੀ ਸੰਸਥਾ ਇਹ ਡਿਸਾਈਡ ਕਰਦੀ ਹੈ ਕਿ ਲੈਂਥ ਵਾਸਤੇ ਅਸੀਂ ਆਹ ਯੂਨਿਟ ਚੂਜ਼ ਕਰਨਾ ਹੈ, ਮਾਸ ਮੈਜ਼ਰ ਕਰਨ ਵਾਸਤੇ ਆਹ ਲੈਣਾ ਹੈ, that unit should be international acceptance। ਉਹ ਜਿਹੜਾ ਹੈ ਉਹਦੀ ਜਿਹੜੀ acceptance ਜਿਹੜੀ ਹੈ ਇੰਟਰਨੈਸ਼ਨਲੀ ਹੋਣੀ ਚਾਹੀਦੀ ਹੈ। ਸਾਰੇ ਦੇਸ਼ ਜਿਹੜੇ ਹੈ ਉਸ ਯੂਨਿਟ ਨੂੰ ਜਿਹੜਾ ਹੈ ਉਹਨਾਂ ਨੂੰ ਮੰਨਣਾ ਪਏਗਾ। ਇਹਦਾ ਮਤਲਬ ਜਦੋਂ ਵੀ ਕੋਈ ਯੂਨਿਟ ਡਿਸਾਈਡ ਹੁੰਦਾ ਹੈ, ਪਹਿਲੀ ਗੱਲ ਯਾਦ ਰੱਖਣੀ ਹੈ, ਇਟ ਸ਼ੁੱਡ ਹੈਵ ਇੰਟਰਨੈਸ਼ਨਲ ਅਸੈਪਟੈਂਸ।
ਉਹਦੀ ਜਿਹੜੀ ਆ ਇੰਟਰਨੈਸ਼ਨਲ ਅਸੈਪਟੈਂਸ ਹੋਣੀ ਚਾਹੀਦੀ ਹੈ। ਇੱਕ ਸੰਸਥਾ ਹੈ, ਇੱਕ ਬੋਡੀ ਹੈ CGPM। CGPM ਇਹਦੀ ਜਿਹੜੀ ਫੁੱਲ ਫਾਰਮ ਹੈ ਜਨਰਲ ਕਾਨਫਰੰਸ on weight and measure। this body has authority। इस body को authority है to decide the standard of measurement। इन्हें ही सारी जड़ी है standard of measurement units बारे जड़ी है study करनी है। जे by chance कोई unit नू कोई standard नू असी change भी करना है ਤੇ ਇਸ ਬੋਡੀ ਦੇ ਥਰੂ ਹੀ ਜਿਹੜਾ ਹੈ ਪਬਲਿਕੇਸ਼ਨ ਕਰੇਗੀ, ਅਖਬਾਰ ਚ ਆਏਗਾ, ਮੀਟਿੰਗ ਕਰੇਗੀ। ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਉਹ ਯੂਨਿਟ ਨੂੰ ਜਿਹੜਾ ਹੈਗਾ ਚੇਂਜ ਕਰ ਸਕਦੇ ਹੋ। ਅਦਰਵਾਈਜ਼ ਦੈਟ ਬੋਡੀ ਨੇ ਜੋ ਵੀ ਯੂਨਿਟ ਡਿਸਾਈਡ ਕੀਤਾ ਉਹ ਇੰਟਰਨੈਸ਼ਨਲੀ ਜਿਹੜਾ ਹੈ ਉਹ ਅਸੈਪਟੈਂਟ ਹੋਏਗਾ। ਨਾਓ ਜਿਹੜਾ ਵੀ ਯੂਨਿਟ ਇਹ ਬੋਡੀ ਡਿਸਾਈਡ ਕਰੇਗੀ then the unit should have following property। unit ਕੋਲ ਜਿਹੜੀਆਂ ਇਹ properties ਹੋਣੀ ਚਾਹੀਦੀਆਂ ਨੇ। ਨੰਬਰ 1 invariability। invariability ਦਾ ਮਤਲਬ ਹੈ ਉਹ ਯੂਨਿਟ ਜਿਹੜਾ ਹੈ place to place person to person ਜਿਹੜਾ ਹੈ ਉਹ ਚੇਂਜ ਨਾ ਹੋਵੇ। ਕਈ ਵਾਰੀ ਅਸੀਂ ਲੈਂਥ ਮਾਪਦੇ ਹਾਂ, ਦੁਕਾਨਾਂ ਤੇ ਜਾਂਦੇ ਹਾਂ, ਉਹ ਇਸ ਤਰ੍ਹਾਂ ਆਪਣੀ ਜਿਹੜੀ ਹੈ ਬਾਂਹ ਤਾਂ ਇਸ ਤਰ੍ਹਾਂ ਮਾਪ ਕੇ ਬੇਟਾ ਉਹ ਦੱਸ ਦਿੰਦੇ ਆ ਵੀ ਇੰਨੀ 1 ਮੀਟਰ ਆ ਹੋ ਗਿਆ ਜੀ, ਜਾਂ ਆਪਣੇ ਹੱਥ ਦੇ ਨਾਲ ਉਹ ਮਾਪਦੇ ਆ ਵੀ ਇੰਨੀ ਲੈਂਥ 3 ਗਿੱਠਾਂ ਦੇ ਦਿਓ, ਗਿੱਠਾਂ ਦੇ ਨਾਲ ਮਾਪਦੇ ਆ। ਪਰ ਗਿੱਠਾਂ ਜਿਹੜੀਆਂ ਨੇ ਹਰ ਪਰਸਨ ਦਾ ਜਿਹੜਾ ਹੱਥ ਹੈ ਉਹਦਾ ਸਾਈਜ਼ ਵੱਖਰਾ ਵੱਖਰਾ ਹੈ। ਇਸ ਕਰਕੇ ਅਸੀਂ ਡਿਸਾਈਡ ਕੀਤਾ ਹੈ ਕਿ ਜਿਹੜਾ ਵੀ ਯੂਨਿਟ ਅਸੀਂ ਚੂਜ਼ ਕਰਨਾ ਹੈ that should be invariable। ਉਹ ਇਨਵੇਰੀਏਬਲ ਹੋਣਾ ਚਾਹੀਦਾ ਹੈ, ਉਹਦੀ ਵੈਲਿਊ ਜਿਹੜੀ ਹੈ ਕਦੀ ਵੀ ਚੇਂਜ ਨਹੀਂ ਹੋਣੀ ਚਾਹੀਦੀ, ਹਰ ਜਗ੍ਹਾ ਤੇ ਉਹਦੀ ਵੈਲਿਊ ਸੇਮ ਹੋਣੀ ਚਾਹੀਦੀ ਹੈ। ਐਂਡ ਨੰਬਰ 2 ਇਟ ਸ਼ੁੱਡ ਬੀ ਈਜ਼ੀਲੀ ਅਵੇਲੇਬਲ। ਇਹਦੀ ਜਿਹੜੀ ਹੈ ਅਵੇਲੇਬਿਲਿਟੀ ਜਿਹੜੀ ਹੈ ਈਜ਼ੀਲੀ ਹੋਣੀ ਚਾਹੀਦੀ ਹੈ। ਜਿੱਥੇ ਮਰਜ਼ੀ ਜਾਈਏ ਸਾਡੀ ਇੱਥੋਂ ਤੱਕ ਪਹੁੰਚ ਹੋਣੀ ਚਾਹੀਦੀ ਹੈ। ਇਸ ਨੂੰ ਬੇਟਾ ਅਸੀਂ ਅਸੈਸਿਬਲ ਵੀ ਬੋਲਦੇ ਹਾਂ। ਇਟ ਸ਼ੁੱਡ ਬੀ ਈਜ਼ੀਲੀ ਅਵੇਲੇਬਲ, ਇਟ ਸ਼ੁੱਡ ਬੀ ਈਜ਼ੀਲੀ ਅਸੈਸਿਬਲ। ਐਂਡ ਦ ਥਰਡ ਵਨ ਇਜ਼ ਇਟ ਸ਼ੁੱਡ ਬੀ ਈਜ਼ੀਲੀ ਰੀਪਰੋਡਿਊਸੇਬਲ। ਇਹਨੂੰ ਹਰ ਜਗ੍ਹਾ ਦੇ ਉੱਤੇ ਜੇ ਖਰਾਬ ਹੋ ਗਿਆ ਤੇ ਇਹਨੂੰ ਅਸੀਂ ਦੁਬਾਰਾ ਜਿਹੜਾ ਹੈ ਪ੍ਰੋਡਿਊਸ ਕਰ ਸਕੀਏ। These are the 3 properties which the unit should have। ਇਹ ਪ੍ਰੋਪਰਟੀ ਦੇ ਬੇਸ ਦੇ ਉੱਤੇ ਹੀ ਜਿਹੜਾ ਹੈ ਯੂਨਿਟ ਜਿਹੜਾ ਡਿਸਾਈਡ ਕੀਤਾ ਜਾਂਦਾ ਹੈ। ਫਿਰ ਸੁਣ ਲਓ, ਉਹ ਯੂਨਿਟ ਜਿਹੜਾ ਇਹਨੇ ਡਿਸਾਈਡ ਕਰਨਾ ਹੈ ਇਸ ਬੋਡੀ ਨੇ, ਪਹਿਲੀ ਗੱਲ ਤੇ ਉਹ ਕਦੀ ਚੇਂਜ ਨਾ ਹੋਵੇ, ਜਿੱਥੇ ਮਰਜ਼ੀ ਚੱਲ ਜਾਓ ਇੰਟਰਨੈਸ਼ਨਲ ਇਹਦੀ ਅਸੈਪਟੈਂਸ ਹੋਣੀ ਚਾਹੀਦੀ ਹੈ। ਦੂਸਰੀ ਗੱਲ ਹੈ ਈਜ਼ੀਲੀ ਅਵੇਲੇਬਲ ਵੀ ਹੋਵੇ, ਸਾਰਿਆਂ ਦੀ ਪਹੁੰਚ ਵਿੱਚ ਹੋਵੇ। ਐਂਡ ਦ ਥਰਡ ਵਨ ਇਜ਼ ਈਜ਼ੀਲੀ ਰੀਪਰੋਡਿਊਸਿਬਲ। ਇਹਨੂੰ ਦੁਬਾਰਾ ਜਿਹੜਾ ਹੈ ਪ੍ਰੋਡਿਊਸ ਕੀਤਾ ਜਾ ਸਕੇ। ਨਾਓ ਦ ਨੈਕਸਟ ਟੌਪਿਕ ਇਜ਼ ਫੰਡਾਮੈਂਟਲ ਐਂਡ ਡਰਾਈਵਡ ਕੁਆਂਟੀਟੀਜ਼। ਜਿਹੜੀਆਂ ਵੀ ਅਸੀਂ ਫਿਜ਼ੀਕਲ ਕੁਆਂਟੀਟੀਜ਼ ਆਪਾਂ ਸਟੱਡੀ ਕੀਤੀਆਂ, ਬਹੁਤ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਨੇ। ਮਾਸ, ਲੈਂਥ, ਟਾਈਮ, ਟੈਂਪਰੇਚਰ, ਲੂਮੀਨਸ ਇੰਟੈਂਸਿਟੀ, ਕੁਆਂਟੀਟੀ ਆਫ ਸਬਸਟੈਂਸ, ਕਰੰਟ, ਸਪੀਡ, weight, volume, area, work, power, energy, pressure, etc. There are so many physical quantity। ਇਹਨਾਂ ਕੁਆਂਟੀਟੀਜ਼ ਨੂੰ ਅਸੀਂ 2 ਭਾਗਾਂ ਦੇ ਵਿੱਚ ਵੰਡ ਦਿੱਤਾ ਹੈ। ਇੱਕ ਉਹਦਾ ਪਾਰਟਸ ਜਿਹੜਾ ਹੈ ਉਸ ਨੂੰ ਫੰਡਾਮੈਂਟਲ ਕੁਆਂਟੀਟੀ ਬੋਲਦੇ ਹਾਂ ਤੇ ਦੂਸਰੇ ਨੂੰ ਅਸੀਂ ਬੋਲਾਂਗੇ ਡਰਾਈਵਡ ਕੁਆਂਟੀਟੀ। ਫੰਡਾਮੈਂਟਲ ਕੁਆਂਟੀਟੀਜ਼ ਉਹ ਨੇ ਜਿਹੜੀਆਂ ਇੱਕ ਦੂਸਰੇ ਤੋਂ ਇੰਡੀਪੈਂਡੈਂਟ ਨੇ।
ਇੱਕ ਦੂਸਰੇ ਤੋਂ ਡਰਾਈਵ ਨਹੀਂ ਕੀਤੀਆਂ ਜਾ ਸਕਦੀਆਂ, ਇੱਕ ਦੂਸਰੇ ਤੋਂ ਇੰਡੀਪੈਂਡੈਂਟ ਨੇ। ਫॉर एग्जांपल ਮਾਸ, ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਟਾਈਮ, ਸਾਡੇ ਕੋਲ ਆ ਗਿਆ ਲੈਂਥ, इलेक्ट्रिक करंट, लूमिनस इंटेंसिटी, टेम्परेचर एंड अमाउंट ऑफ सबस्टेंस, 1 2 3 4 5 6 7 These 7 quantities are called fundamental quantity. ਇਹਨਾਂ ਨੂੰ fundamental quantity ਕਿਉਂ ਕਹਿੰਦੇ ਆ? Because they are independent of each other. ਇੱਕ ਦੂਸਰੇ ਦੇ ਉੱਤੇ ਡਿਪੈਂਡ ਨਹੀਂ ਕਰਦੇ। ਇਹ ਕੁਆਂਟਿਟੀ ਇੱਕ ਦੂਸਰੇ ਨੂੰ ਅਸੀਂ ਮਿਕਸ ਕਰਕੇ ਜਿਹੜਾ ਹੈ ਨਹੀਂ ਬਣਾ ਸਕਦੇ। That's why they are called fundamental quantity and there are 7 fundamental quantities. ਇਸ ਤੋਂ ਬਾਅਦ ਇਹਨਾਂ ਦੇ ਵਿੱਚ ਜਿਹੜਾ ਹੈ ਦੋ ਕੁਆਂਟੀਆਂ ਅਸੀਂ ਹੋਰ ਐਡ ਕਰਦੀਆਂ, ਇੱਕ ਪਲੇਨ ਐਂਗਲ ਐਂਡ ਦੂਸਰਾ ਆ ਗਿਆ ਸਾਡੇ ਕੋਲ ਸੋਲਿਡ ਐਂਗਲ। ਇਹਨਾਂ ਦੋਨਾਂ ਕੁਆਂਟੀਆਂ ਨੂੰ ਇਹਨਾਂ ਵਿੱਚ ਐਡ ਕੀਤਾ, ਬਾਅਦ ਵਿੱਚੋਂ ਇਹਨਾਂ ਨੂੰ ਬੋਲਦੇ ਆ ਸਪਲੀਮੈਂਟਰੀ ਕੁਆਂਟੀਟੀ। ਦੇ ਆਰ ਸਪਲੀਮੈਂਟਰੀ ਫੰਡਾਮੈਂਟਲ ਕੁਆਂਟੀਟੀ। ਇਹਨਾਂ ਨੂੰ ਬਾਅਦ ਚੋਂ ਐਡ ਕੀਤਾ। ਕਹਿਣ ਦਾ ਮਤਲਬ ਟੋਟਲ ਸਾਡੇ ਕੋਲ ਹੁਣ 9 ਤੁਸੀਂ ਕਹਿ ਸਕਦੇ ਹੋ ਕਿ ਸਾਡੇ ਕੋਲ ਫੰਡਾਮੈਂਟਲ ਜਿਹੜੀਆਂ ਨੇ ਕੁਆਂਟੀਟੀਜ਼ ਨੇ, ਇੱਕ ਦੂਸਰੇ ਤੋਂ ਇੰਡੀਪੈਂਡੈਂਟ ਨੇ ਤੇ ਇੱਕ ਦੂਸਰੇ ਤੋਂ ਉਹ ਡਰਾਈਵ ਨਹੀਂ ਕੀਤੀਆਂ ਜਾ ਸਕਦੀਆਂ। ਇਹਨਾਂ ਨੂੰ ਤੁਸੀਂ ਨੋਟ ਕਰ ਲੈਣਾ ਕਿਉਂਕਿ ਐਗਜ਼ਾਮ ਦੇ ਵਿੱਚ ਪੁੱਛਦੇ ਨੇ ਕਿ ਰਾਈਟ ਡਾਊਨ ਦ 7 ਫੰਡਾਮੈਂਟਲ ਕੁਆਂਟੀਟੀਜ਼। ਨਾਓ ਕਮ ਟੂ ਡਰਾਈਵਡ ਕੁਆਂਟੀਟੀਜ਼। ਜੇ ਅਸੀਂ ਹੁਣ ਡਰਾਈਵਡ ਕੁਆਂਟੀਟੀ ਦੀ ਗੱਲ ਕਰੀਏ, ਡਰਾਈਵਡ ਦਾ ਮਤਲਬ ਹੀ ਕਲੀਅਰ ਹੈ ਕਿ ਜਿਹੜੀਆਂ ਕੁਆਂਟੀਟੀਜ਼ ਇਹਨਾਂ ਨੂੰ ਮਿਕਸ ਕਰ ਕਰਕੇ, ਇਹਨਾਂ ਨੂੰ ਆਪਸ ਵਿੱਚ ਡਿਵਾਈਡ ਕਰਕੇ, ਮਲਟੀਪਲਾਈ ਕਰਕੇ ਅਸੀਂ ਨਿਕਾਲਾਂਗੇ, that is called derived physical quantity. For example, now मैं रब कर लगा स्पीड, ਇਹ ਤੁਸੀਂ 9th क्लास ਵਿੱਚ ਪੜਿਆ। स्पीड is given by distance divided by time. Speed ਦਾ ਫਾਰਮੂਲਾ distance ਨੂੰ time ਨਾਲ ਡਿਵਾਈਡ ਕਰਨਾ। Now what is distance? Distance is the length and length, distance एक किस्म की length ही है and length is a fundamental quantity. And what is time? Time is also a fundamental quantity. ਇਹਦਾ ਮਤਲਬ ਦੋ ਫੰਡਾਮੈਂਟਲ ਕੁਆਂਟੀਟੀਜ਼ ਨੂੰ ਅਸੀਂ ਡਿਵਾਈਡ ਕੀਤਾ, ਲੈਂਥ ਤੇ ਟਾਈਮ ਨੂੰ ਅਸੀਂ ਡਿਵਾਈਡ ਕੀਤਾ ਤੇ ਸਾਡੇ ਕੋਲ ਜਿਹੜਾ ਹੈ ਸਪੀਡ ਆ ਗਈ। ਇਹਦਾ ਮਤਲਬ ਸਪੀਡ ਜਿਹੜੀ ਹੈ ਇਟ ਇਜ਼ derived physical quantity because it is derived with the help of length and time by dividing. Similarly, if we talk about density, density ਦਾ ਫਾਰਮੂਲਾ ਸਾਡੇ ਕੋਲ ਹੋਏਗਾ ਕਿ ਅਸੀਂ ਪੜਾਂਗੇ ਮਾਸ ਓਵਰ ਵੋਲਿਊਮ। ਡੈਂਸਿਟੀ ਨਿਕਾਲਣੀ ਹੋਵੇ, ਮਾਸ ਨੂੰ ਵੋਲਿਊਮ ਦੇ ਨਾਲ ਅਸੀਂ ਥੱਲੇ ਡਿਵਾਈਡ ਕਰ ਦਿੰਦੇ ਹਾਂ। ਹੁਣ ਇਹ ਵੋਲਿਊਮ ਜਿਹੜਾ ਹੈ ਕਿਊਬ ਦਾ ਵੀ ਹੋ ਸਕਦਾ ਹੈ, ਵੋਲਿਊਮ ਜਿਹੜਾ ਹੈ ਸਫੀਅਰ ਦਾ ਵੀ ਹੋ ਸਕਦਾ ਹੈ, ਸਿਲੰਡਰ ਦਾ ਵੀ ਹੋ ਸਕਦਾ ਹੈ, ਜਿਹਦਾ ਮਰਜ਼ੀ ਹੈ ਵੋਲਿਊਮ ਹੋ ਸਕਦਾ ਹੈ। ਨਾਓ ਮਾਸ ਤੇ ਉੱਪਰ ਆ ਗਿਆ m। ਨਾਓ ਵੋਲਿਊਮ ਜਿਹੜਾ ਹੈ ਤੁਸੀਂ ਪੜਿਆ ਲੈਂਥ ਇਨਟੂ ਬ੍ਰੈਡਥ ਇਨਟੂ ਹਾਈਟ। ਜੇ ਅਸੀਂ ਕਿਊਬ ਦੀ ਗੱਲ ਕਰੀਏ ਜਾਂ ਕਿਊਬੋਇਡ ਦੀ ਗੱਲ ਕਰੀਏ, ਲੈਂਥ ਨੂੰ ਬ੍ਰੈਡਥ ਦੇ ਨਾਲ ਹਾਈਟ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡਾ ਵੋਲਿਊਮ ਆ ਜਾਂਦਾ ਹੈ। ਨਾਓ ਮਾਸ ਇਜ਼ ਅ ਫੰਡਾਮੈਂਟਲ, ਲੈਂਥ ਇਜ਼ ਅ ਫੰਡਾਮੈਂਟਲ, ਬ੍ਰੈਡਥ ਵੀ ਇੱਕ ਕਿਸਮ ਦੀ ਲੈਂਥ ਹੀ ਹੈ, ਹਾਈਟ ਵੀ ਜਿਹੜੀ ਹੈ ਉਹ ਲੈਂਥ ਹੀ ਹੈ।
ਇਹਦਾ मतलब ਜਿਹੜਾ ਡੈਂਸਿਟੀ ਨੂੰ ਨਿਕਾਲਣਾ ਹੈ ਤੇ ਮਾਸ ਤੇ ਲੈਂਥ ਦੀ 3 ਪਾਵਰ, ਲੈਂਥ ਇਨਟੂ ਲੈਂਥ ਅਸੀਂ 3 ਵਾਰੀ ਲੈਂਥ ਯੂਜ਼ ਕੀਤੀ, ਉਹ ਤੋਂ ਸਾਡੇ ਕੋਲ ਜਿਹੜਾ ਹੈ ਉਹ ਡੈਂਸਿਟੀ ਨਿਕਲ ਆਏਗੀ। ਸਿਮਿਲਰਲੀ ਜੇ ਅਸੀਂ ਏਰੀਆ ਦੀ ਗੱਲ ਕਰਦੇ ਹਾਂ, ਲੈਂਥ ਇਨਟੂ ਬ੍ਰੈਡਥ, ਲੈਂਥ ਇਨਟੂ ਲੈਂਥ, 2 ਵਾਰੀ ਲੈਂਥ ਮਲਟੀਪਲਾਈ ਕਰੋਗੇ ਸਾਡੇ ਕੋਲ ਏਰੀਆ ਆ ਜਾਏਗਾ। ਇਹਦਾ मतलब ਏਰੀਆ ਵੀ ਸਾਡੇ ਕੋਲ ਜਿਹੜਾ ਹੈ ਡਰਾਈਵਡ ਫਿਜ਼ੀਕਲ ਕੁਆਂਟੀਟੀ ਹੈ। ਇਟ ਮੀਨਸ ਦੋਜ਼ ਕੁਆਂਟੀਟੀ which can be derived from fundamental quantities by multiplying. For example, here is you are multiplying by dividing, then you get derived physical quantity. ਅਸੀਂ force ਬਾਰੇ ਪੜਿਆ ਹੈ, ਵਰਕ ਬਾਰੇ ਪੜਿਆ, એનર્ਜੀ ਬਾਰੇ ਆਪਾਂ ਡਿਸਕਸ ਕੀਤਾ ਹੋਇਆ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਦੇ ਆਰ ਡਰਾਈਵਡ ਫਿਜ਼ੀਕਲ ਕੁਆਂਟੀਟੀ। ਇਹਨਾਂ ਨੂੰ ਨੈਕਸਟ ਚੈਪਟਰ ਦੇ ਵਿੱਚ ਅਸੀਂ ਜਿਹੜਾ ਹੈ ਡਿਟੇਲ ਦੇ ਵਿੱਚ ਪੜ੍ਹਨਾ ਹੈ। ਨਾਓ ਇੱਕ ਕੁਐਸਚਨ ਹੈ ਛੋਟਾ ਜਿਹਾ, ਕੀ ਤੁਸੀਂ ਦੱਸ ਸਕਦੇ ਹੋ, ਇੱਕ ਮੈਂ 3 ਸੈੱਟ ਲਿਖਣ ਲੱਗਾ। ਨੰਬਰ 1 length multiply by mass multiply by velocity. Number 2 multiply length mass velocity. दूसरा सेट है length time and velocity. Number 3 mass time velocity, and number 4 is mass length time. ਅਸੀਂ ਇਹ 4 ਸੈੱਟ ਲਿਖੇ ਨੇ। ਅਸੀਂ ਵਿੱਚੋਂ ਡਿਸਾਈਡ ਕਰਨਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਸੈੱਟ ਜਿਹੜਾ ਹੈ ਫੰਡਾਮੈਂਟਲ ਕੁਆਂਟੀਟੀ ਦਾ ਸੈੱਟ ਨਹੀਂ ਹੋ ਸਕਦਾ। ਆਓ ਚੈੱਕ ਕਰੀਏ। ਪਹਿਲਾਂ ਤੇ ਆਪਣੇ ਮਾਈਂਡ 'ਚ ਲੈ ਕੇ ਆਓ ਕਿ ਫੰਡਾਮੈਂਟਲ ਕੁਆਂਟੀਟੀ ਕਿਹੜੀ ਹੈ। ਫੰਡਾਮੈਂਟਲ ਕੁਆਂਟੀਟੀ ਉਹ ਹੁੰਦੀਆਂ ਨੇ ਜਿਹੜੀਆਂ ਇੱਕ ਦੂਸਰੇ ਤੋਂ ਇੰਡੀਪੈਂਡੈਂਟ ਨੇ ਤੇ ਉਹਨਾਂ ਨੂੰ ਇੱਕ ਦੂਸਰੇ ਤੋਂ ਡਰਾਈਵ ਨਹੀਂ ਕੀਤਾ ਜਾ ਸਕਦਾ। ਨਾਓ ਅਸੀਂ ਚੈੱਕ ਕਰਨਾ ਹੈ ਕਿ ਕਿਹੜਾ ਸੈੱਟ ਵਿੱਚੋਂ ਫੰਡਾਮੈਂਟਲ ਕੁਆਂਟੀਟੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਨਾਓ ਅਸੀਂ ਇੱਥੋਂ ਚਾਲੂ ਕਰਦੇ ਹਾਂ 4 ਨੰਬਰ ਤੋਂ। ਨਾਓ ਮਾਸ, ਲੈਂਥ ਤੇ ਟਾਈਮ, ਇਹ ਤਿੰਨੋਂ ਹੀ ਸਾਡੇ ਫੰਡਾਮੈਂਟਲ ਨੇ। ਇਹ ਇੱਕ ਦੂਸਰੇ ਨੂੰ ਮਿਕਸ ਕਰਕੇ ਜਿਹੜਾ ਹੈ ਇਹ ਡਰਾਈਵ ਨਹੀਂ ਕੀਤੇ ਜਾ ਸਕਦੇ। ਇਸ ਤੋਂ ਬਾਅਦ ਇਹ ਤਾਂ ਠੀਕ ਹੋ ਗਿਆ। ਮਾਸ, ਟਾਈਮ, ਵੈਲੋਸਿਟੀ। ਮਾਸ ਵੀ ਫੰਡਾਮੈਂਟਲ ਹੈ, ਟਾਈਮ ਵੀ ਫੰਡਾਮੈਂਟਲ ਹੈ ਤੇ ਵੈਲੋਸਿਟੀ ਜਿਹੜੀ ਹੈ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਨਹੀਂ ਬਣ ਸਕਦੀ, ਕਿਉਂਕਿ ਵੈਲੋਸਿਟੀ ਜਿਹੜੀ ਹੁੰਦੀ ਹੈ ਡਿਸਟੈਂਸ ਡਿਵਾਈਡਡ ਬਾਈ ਟਾਈਮ, ਯਾਨੀ ਕਿ ਡਿਸਪਲੇਸਮੈਂਟ ਡਿਵਾਈਡਡ ਬਾਈ ਟਾਈਮ। ਇਹ ਅਸੀਂ ਫਰਦਰ ਡਿਸਕਸ ਕਰਾਂਗੇ ਸਪੀਡ ਤੇ ਵੈਲੋਸਿਟੀ ਵਿੱਚ ਡਿਫਰੈਂਸ। ਵੈਲੋਸਿਟੀ ਜਿਹੜੀ ਹੈ ਮਾਸ ਟਾਈਮ, ਇੱਥੇ ਸਪੀਡ ਵੀ ਤੁਸੀਂ ਲਿਖ ਸਕਦੇ ਹੋ। ਵੈਲੋਸਿਟੀ ਮਾਸ ਤੇ ਟਾਈਮ ਤੋਂ ਡਰਾਈਵ ਨਹੀਂ ਕੀਤੀ ਜਾ ਸਕਦੀ। ਨਾਓ ਦਿਸ ਸੈਟ ਇਜ਼ ਆਲਸੋ ਫੰਡਾਮੈਂਟਲ quantity set. Now second one, length, time, velocity. Length is a fundamental, time is a fundamental, but velocity ਦਾ ਜਿਹੜਾ ਫਾਰਮੂਲਾ ਹੁਣੇ ਆਪਾਂ ਸਟੱਡੀ ਕੀਤਾ ਸੀ, speed, velocity and speed, it is length divided by time. length ਨੂੰ time ਨਾਲ ਡਿਵਾਈਡ ਕਰ ਦੋਗੇ ਸਾਡੇ ਕੋਲ ਵੈਲੋਸਿਟੀ ਆ ਜਾਏਗੀ। ਇਹਦਾ ਜਿਹੜਾ ਵੈਲੋਸਿਟੀ ਦਾ ਮੈਗਨੀਟਿਊਡ ਹੈ ਉਹ ਸਪੀਡ ਹੈ, ਅਸੀਂ ਬਾਅਦ ਚੋਂ ਡਿਸਕਸ ਕਰਾਂਗੇ। ਲੈਂਥ ਡਿਵਾਈਡਡ ਬਾਈ ਟਾਈਮ, ਇਸ ਸੈੱਟ ਦੇ ਵਿੱਚ ਜਿਹੜੀ ਆ ਵੈਲੋਸਿਟੀ ਹੈ ਇਹਨਾਂ ਦੋਨਾਂ ਨੂੰ ਡਿਵਾਈਡ ਕਰਕੇ ਬਣ ਸਕਦੀ ਹੈ। ਇਹਦਾ ਮਤਲਬ ਇਹ ਵਾਲੀ ਜਿਹੜੀ ਵੈਲਿਊ ਹੈ ਇਹ ਡਰਾਈਵਡ ਹੋਗੀ ਬਿਕੋਜ਼ it can be derived with the help of length and time. It means it is not a set of fundamental quantity. Now first one, length, mass, velocity. velocity ਜਿਹੜੀ ਹੈ length ਤੇ time ਤੋਂ ਡਰਾਈਵ ਹੁੰਦੀ ਹੈ, mass ਦਾ ਵਿੱਚ ਕੋਈ ਰੋਲ ਨਹੀਂ ਹੈ। ਇਹਦਾ ਮਤਲਬ ਚਾਰਾਂ ਸੈਟਸ ਦੇ ਵਿੱਚੋਂ ਜਿਹੜਾ ਹੈ set number 2, it is not a set of fundamental
क्वांटिटी। हाँ जी, क्लियर। नाउ कम टू नेक्स्ट पॉइंट। ਜਿਹੜੇ ਅਸੀਂ ਫੰਡਾਮੈਂਟਲ ਕੁਆਂਟੀਟੀਜ਼ ਲਿਖੀਆਂ ਸੀ, ਇਹਨਾਂ ਦੇ ਅਸੀਂ ਜਿਹੜੇ ਯੂਨਿਟ ਨੇ, ਜਿਹੜੇ ਉਹ ਸੰਸਥਾ ਹੈ CGPM ਬੋਡੀ, ਉਹਨੇ ਡਿਸਾਈਡ ਕੀਤੇ ਨੇ। ਸਾਨੂੰ ਪਹਿਲਾਂ ਯਾਦ ਰੱਖਣਾ ਪਏਗਾ ਕਿ ਜੇ ਮੈਂ ਟੈਂਪਰੇਚਰ ਦੀ ਗੱਲ ਕਰਾਂ, ਇਹਦੇ ਵਾਸਤੇ ਕੈਲਵਿਨ ਜਿਹੜਾ ਹੈ ਯੂਨਿਟ ਡਿਸਾਈਡ ਕੀਤਾ ਗਿਆ ਹੈ। ਕੈਲਵਿਨ ਇਜ਼ ਦਾ ਯੂਨਿਟ ਟੂ ਮੈਜ਼ਰ ਟੈਂਪਰੇਚਰ। ਜੇ ਅਸੀਂ ਗੱਲ ਕਰਦੇ ਹਾਂ ਕੁਆਂਟਿਟੀ ਆਫ ਸਬਸਟੈਂਸ, ਇਹ ਤੁਸੀਂ ਜ਼ਿਆਦਾਤਰ ਕੈਮਿਸਟਰੀ ਦੇ ਵਿੱਚ ਪੜੋਗੇ। ਕੁਆਂਟਿਟੀ ਆਫ ਸਬਸਟੈਂਸ, ਇਹਨੂੰ ਜਿਹੜਾ ਹੈ, ਇਹਦਾ ਜਿਹੜਾ ਯੂਨਿਟ ਹੈ ਡਿਸਾਈਡ ਕੀਤਾ ਹੈ ਮੋਲ। ਵੈਸੇ ਪੂਰਾ ਇਹਨੂੰ ਅਸੀਂ ਲਿਖਦੇ ਹਾਂ MOLE। ਇਹਦਾ ਜਿਹੜਾ ਸਿੰਬਲ ਹੈ ਮੋਲ। ਇਟ ਇਜ਼ ਦਾ ਸਟੈਂਡਰਡ ਆਫ ਮੈਜ਼ਰਮੈਂਟ ਫॉर quantity of substance to be measured. Now luminous intensity, ਜਿਹੜੀ ਸਾਡੀ ਲਾਈਟ ਹੈ ਉਹਦੀ ਜਿਹੜੀ brightness, luminous intensity, ਇਹਦੇ ਵਾਸਤੇ ਅਸੀਂ ਜਿਹੜਾ ਯੂਨਿਟ ਚੂਜ਼ ਕੀਤਾ ਹੈ ਕੈਂਡੇਲਾ। ਇਸ ਨੂੰ ਲਿਖਦੇ ਹਾਂ ਅਸੀਂ CD। ਕੈਂਡੇਲਾ is a unit to measure the luminous intensity। and then current, ਇਹ ਸਭ ਨੂੰ ਪਤਾ ਹੈ ਕਿ ਕਰੰਟ ਦਾ ਯੂਨਿਟ ਜਿਹੜਾ ਹੈ ਅੰਪੀਅਰ। ਇਹ ਤੁਸੀਂ 10th ਕਲਾਸ 'ਚ ਪੜ੍ਹਿਆ ਹੈ ਕਿ ਕਰੰਟ ਨੂੰ ਮਾਪਣ ਵਾਲਾ ਜਿਹੜਾ ਯੂਨਿਟ ਹੈ ਉਹ ਸਾਡੇ ਕੋਲ ਐਂਪੀਅਰ। ਐਂਡ ਮਾਸ ਨੂੰ ਜੇ ਅਸੀਂ ਮੈਜ਼ਰ ਕਰਨਾ ਹੈ ਉਹਨੂੰ ਕਿਲੋਗ੍ਰਾਮਾਂ 'ਚ, ਜੇ ਅਸੀਂ ਲੈਂਥ ਨੂੰ ਮੈਜ਼ਰ ਕਰਨਾ ਹੈ ਸਾਡੇ ਕੋਲ ਮੀਟਰ, ਤੇ ਜੇ ਅਸੀਂ ਟਾਈਮ ਨੂੰ ਕਰਨਾ ਹੈ ਤੇ ਅਸੀਂ ਜਿਹੜਾ ਹੈ ਸੈਕੰਡ ਦੇ ਵਿੱਚ ਅਸੀਂ ਉਹਨੂੰ ਮੈਜ਼ਰ ਕਰਦੇ ਹਾਂ। ਸਾਡੇ ਕੋਲ ਜਿਹੜੇ ਨੇ ਇਹ 7 ਜਿਹੜੇ ਫਿਜ਼ੀਕਲ ਜਿਹੜੇ ਆਪਣਾ ਫੰਡਾਮੈਂਟਲ ਕੁਆਂਟੀਟੀਜ਼ ਨੇ, ਉਹਨਾਂ ਦੇ ਇਹ ਯੂਨਿਟਸ ਨੇ। ਇਹਨਾਂ ਨੂੰ ਬੇਟਾ ਯਾਦ ਰੱਖੋ, ਕੈਲਵਿਨ, ਮੋਲ, ਕੈਂਡੇਲਾ, ਅੰਪੀਅਰ, ਕਿਲੋਗ੍ਰਾਮ, ਮੀਟਰ, ਤੇ ਸਾਡੇ ਕੋਲ ਆ ਗਿਆ ਸੈਕੰਡ। ਇਸ ਤੋਂ ਇਲਾਵਾ ਜਿਹੜੇ ਦੋ ਅਸੀਂ ਹੋਰ ਦੱਸੇ ਸੀ ਤੁਹਾਨੂੰ ਫੰਡਾਮੈਂਟ ਆਪਣੇ ਸਪਲੀਮੈਂਟਰੀ, ਇੱਕ ਪਲੇਨ ਐਂਗਲ। ਪਲੇਨ ਐਂਗਲ ਨੂੰ ਅਸੀਂ ਮੈਜ਼ਰ ਕਰਦੇ ਹਾਂ ਰੇਡੀਅਨ ਦੇ ਵਿੱਚ। ਰੇਡੀਅਨ ਪਲੇਨ ਐਂਗਲ ਜਿਹੜਾ ਹੈ ਰੇਡੀਅਨ ਵਿੱਚ ਮੈਜ਼ਰ ਕੀਤਾ ਜਾਂਦਾ ਹੈ। ਤੇ ਜਿਹੜਾ ਸਾਡੇ ਕੋਲ ਸੋਲਿਡ ਐਂਗਲ ਹੈ, ਇਟ ਇਜ਼ ਮੈਜ਼ਰਡ ਇਨ ਸਟਰੇਡੀਅਨ। ਇੱਕ ਦਾ ਯੂਨਿਟ ਰੇਡੀਅਨ, ਪਲੇਨ ਐਂਗਲ ਰੇਡੀਅਨ, ਐਂਡ ਸੋਲਿਡ ਐਂਗਲ ਇਜ਼ ਮੈਜ਼ਰਡ ਇਨ ਦਾ ਯੂਨਿਟ ਸਟਰੇਡੀਅਨ। ਨਾਓ ਇਫ ਆਈ ਟਾਕ ਅਬਾਊਟ ਸਪੀਡ, ਸਪੀਡ ਜਿਹੜੀ ਹੈ ਲੈਂਥ ਨੂੰ ਟਾਈਮ ਨਾਲ ਡਿਵਾਈਡ ਕਰਨਾ ਪਏਗਾ। ਉੱਪਰ ਸਾਡੇ ਕੋਲ ਆ ਜਾਏਗਾ ਮੀਟਰ, ਥੱਲੇ ਸਾਡੇ ਕੋਲ ਆ ਜਾਏਗਾ ਟਾਈਮ ਵਾਸਤੇ ਸੈਕੰਡ, ਐਂਡ ਸਪੀਡ ਜਿਹੜੀ ਹੈ ਇਹਦਾ ਜਿਹੜਾ ਯੂਨਿਟ ਬਣੇਗਾ ਸਾਡੇ ਕੋਲ ਮੀਟਰ ਪਰ ਸੈਕੰਡ। ਮੀਟਰ, ਇਹਨੂੰ ਉੱਪਰ ਲੈ ਜਾਓਗੇ, ਉੱਪਰ ਜਾ ਕੇ S ਤੋਂ ਉੱਪਰ -1, ਸਪੀਡ ਦਾ ਯੂਨਿਟ ਸਾਡੇ ਕੋਲ ਆ ਜਾਏਗਾ ਮੀਟਰ ਪਰ ਸੈਕੰਡ। ਇਹ ਦੋਨਾਂ ਨੂੰ ਮਿਕਸ ਹੋ ਗਿਆ, ਦੇਖੋ ਮੀਟਰ ਵੀ ਆ ਗਿਆ ਵਿੱਚ ਸੈਕੰਡ ਵੀ ਆ ਗਿਆ। ਇਸ ਕਰਕੇ ਜਿਹੜਾ ਸਪੀਡ ਹੈ ਉਹ ਡਰਾਈਵਡ ਫਿਜ਼ੀਕਲ ਕੁਆਂਟੀਟੀ ਹੈ। ਜਿਸ ਮਰਜੀ ਡਰਾਈਵਡ ਫਿਜ਼ੀਕਲ ਕੁਆਂਟੀਟੀ ਦਾ ਅਸੀਂ ਜਿਹੜਾ ਹੈ ਉਹ ਯੂਨਿਟ ਬਣਾ ਸਕਦੇ ਹਾਂ ਇਨ ਟਰਮ ਆਫ ਆਲ ਥੀਸ ਕੁਆਂਟੀਟੀ, ਕਿਉਂਕਿ ਫਿਜ਼ੀਕਲ ਕੁਆਂਟੀਟੀ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਕੱਲੇ ਵਾਸਤੇ ਜਿਹੜਾ ਹੈ ਯੂਨਿਟ ਨੂੰ ਯਾਦ ਕਰਨਾ ਬਹੁਤ ਔਖਾ ਹੈ। ਇਸ ਕਰਕੇ ਇਹ 7 ਜਿਹੜੇ ਮੇਨ ਆਪਾਂ ਯਾਦ ਕੀਤੇ ਨੇ ਤੇ ਇਹਨਾਂ ਨੂੰ ਹੀ ਅਸੀਂ ਮਿਕਸ ਕਰਕੇ ਬਾਕੀ ਜਿਹੜੀਆਂ ਫਿਜ਼ੀਕਲ ਕੁਆਂਟੀਟੀਜ਼ ਨੇ ਉਹਨਾਂ ਦੇ ਜਿਹੜੇ ਯੂਨਿਟ ਅਸੀਂ ਫਾਰਮੂਲਾ ਯਾਦ ਕਰਕੇ ਯੂਨਿਟ ਡਰਾਈਵ ਕਰ ਸਕਦੇ ਹਾਂ। ਨਾਓ come to next point, system of units। system of unit, a system of unit की चीज है। it is a complete set of units to measure all fundamental and derived quantities। ਫੰਡਾਮੈਂਟਲ ਕੁਆਂਟੀਟੀ ਨੂੰ ਮੈਜ਼ਰ ਕਰਨ ਵਾਸਤੇ ਜਾਂ ਡਰਾਈਵਡ ਜਿਹੜੀ ਹੈ ਸਾਡੇ ਕੋਲ ਕੁਆਂਟੀਟੀਜ਼ ਉਹਨਾਂ ਨੂੰ ਮੈਜ਼ਰ ਕਰਨ ਵਾਸਤੇ ਅਸੀਂ ਇੱਕ ਸੈੱਟ ਤਿਆਰ ਕੀਤਾ ਹੈ, ਕੰਪਲੀਟ ਸੈੱਟ। then that complete set is called system of units। ਸਾਡੇ ਕੋਲ ਕਿਹੜੇ systems of units ਚੱਲਦੇ ਨੇ? ਇੱਕ ਚੱਲਦਾ ਹੈ C
CGS एक सिस्टम ऑफ यूनिट है टू मेजर फंडामेंटल एंड ड्राइव्ड फिजिकल क्वांटिटी। CGS बहुत ही इंपॉर्टेंट है। C का मतलब सेंटीमीटर, G का मतलब ग्राम, S का जिहड़ा मतलब होएगा साडे कोल सैकंड। जदों असी लेंथ नू सेंटीमीटर च मापना है, लेंथ सेंटीमीटर जिहड़ी है वो एक छोटा यूनिट है, ते मास नू जदों असी ग्राम च मेजर करना है, ग्राम भी छोटा है, ते टाइम नू जदों असी सैकंड विच मेजर करना है, उस टाइम ते जिहड़ा आपां सिस्टम चूज करते हैं उहनूं असी बोलते हैं CGS सिस्टम। ਇਹ ਧਿਆਨ ਰੱਖਣਾ ਹੈ, ਇਹਦੇ ਵਿੱਚ ਮੈਂ ਕੀ ਬੋਲਿਆ, ਲੈਂਥ ਨੂੰ ਸੈਂਟੀਮੀਟਰ ਚ ਲੈਣਾ ਹੈ, ਤੇ ਤੁਹਾਡੇ ਕੋਲ ਜਿਹੜਾ ਮਾਸ ਹੈ ਉਹ ਗ੍ਰਾਮਾਂ ਚ ਲੈਣਾ ਹੈ, ਤੇ ਤੁਹਾਡੇ ਕੋਲ ਜਿਹੜਾ ਟਾਈਮ ਹੈ ਉਹ ਸੈਕੰਡ ਚ ਹੋਣਾ ਚਾਹੀਦਾ ਹੈ। ਫੋਰ ਐਗਜ਼ਾਮਪਲ ਜੇ ਮੈਂ ਫਿਰ ਦੁਬਾਰਾ ਸਪੀਡ ਦੀ ਹੀ ਗੱਲ ਕਰਾਂ ਹਲੇ, ਤੇ ਸਾਨੂੰ ਪਤਾ ਹੈ ਉੱਪਰ ਲੈਂਥ ਹੁੰਦੀ ਹੈ, ਥੱਲੇ ਟਾਈਮ, ਤੇ ਮੈਨੂੰ ਕਿਹਾ ਗਿਆ ਤੁਸੀਂ ਜਿਹੜਾ ਹੈ CGS ਸਿਸਟਮ ਫਾਲੋ ਕਰੋ। ਤੁਸੀਂ ਕਿਹੜਾ ਸਿਸਟਮ ਫਾਲੋ ਕਰਨਾ ਹੈ? CGS। ਤੇ ਦੱਸੋ अपना स्पीड का यूनिट की होएगा। मैनू पता है कि जे मैं सिस्टम CGS लै रहा तो पहला मैं सोचांगा कि CGS विच लेंथ काहदे विच मापते हैं। सानू पता लग गया कि लेंथ ते सेंटीमीटर च होंदी है, इत्थे आ जाएगा सेंटीमीटर, एंड नीचे टाइम का च आएगा, सैकंड च आ जाएगा नीचे, ते साडे कोल आ जाएगा सेंटीमीटर पर सैकंड। साडे कोल जिहड़ा है सेंटीमीटर पर सैकंड जिहड़ा इहदा यूनिट आएगा। दिस इज कॉल्ड CGS सिस्टम ऑफ यूनिट। CGS सिस्टम ऑफ यूनिट दे विच जिहड़ी साडी फोर्स है एक फिजिकल क्वांटिटी, ਇਹਦਾ ਜਿਹੜਾ यूनिट ਹੁੰਦਾ है ਅਸੀਂ ਇਹਨੂੰ डाइन बोलते हैं। फोर्स ਨੂੰ डाइन ਦੇ ਵਿੱਚ ਮੈਜ਼ਰ ਕੀਤਾ ਜਾਂਦਾ ਹੈ, ਤੇ ਜਿਹੜੀ ਸਾਡੀ ਫਿजिकल क्वांटिटी है एक वर्क, ਇਸ ਨੂੰ ਅਸੀਂ अर्ग ਦੇ ਵਿੱਚ ਮੈਜ਼ਰ ਕਰਦੇ ਹਾਂ CGS सिस्टम ਚ। लेंथ आगे आ गया, मास एंड टाइम। हाँ जी, क्लियर। नाउ इस तो बाद साडे कोल एक सिस्टम है मेन, SI सिस्टम ऑफ यूनिट। ऑल ओवर वर्ल्ड जिहड़ा है इहो सिस्टम असी ज्यादा फॉलो करते हैं, SI सिस्टम ऑफ यूनिट। इंटरनेशनल सिस्टम ऑफ यूनिट, यदि फुल फॉर्म इंटरनेशनल सिस्टम ऑफ यूनिट, उल्टा पढ़ना है, इंटरनेशनल सिस्टम ऑफ यूनिट। पहला इसका नाम चलता सी MKS। पहला इस सिस्टम का जिहड़ा नेम चलता सी पहला MKS सी, इहनूं बाद चो एक्सटेंड करता, इहनूं वधा दिता गया। M का मतलब मीटर, लेंथ मीटर विच, K का मतलब किलोग्राम, मास जिहड़ा है साडा किलोग्राम च होएगा, एंड टाइम, टाइम का मतलब जिहड़ा है टाइम असी अगेन मेजर करांगे सैकंड दे विच मेजर करांगे। मीटर, किलोग्राम, सैकंड। इथे जिक्रयोग है कि पहला साडे कोल 3 फंडामेंटल क्वांटिटीज होंदियां सी, सिर्फ मास, लेंथ ते टाइम। उस तो बाद 4 नवीं जिहड़ियां टैंपरेचर, क्वांटिटी ऑफ मैटर, लूमीनस इंटेंसिटी ते करंट जिहड़ा विच ऐड करके 7 हो गई। फिर उस तो बाद सप्लीमेंटरी आ गई 2 एंगल ते एक अपना सॉलिड एंगल। जदों 3 फंडामेंटल क्वांटिटीज होंदियां सी उदों साडे कोल चलदा सी MKS सिस्टम। मास जिहड़ा मीटर च, किलोग्राम मास, अगे मास जिहड़ा है किलोग्राम च, लेंथ मीटर च, ते टाइम तुहाडा सैकंड विच हो गया। पर जदों दूसरियां फंडामेंटल क्वांटिटीज विच ऐड आईयां ते इहनूं बाद चों नाम चेंज करके इहनूं एक्सटेंडेड फॉर्म जिहड़ी बन गई साडे कोल SI। अजकल ऑल ओवर वर्ल्ड इहो ही सिस्टम जिहड़ा असीं फॉलो करदे हां। इहदे विच जे असीं स्पीड, उपर लेंथ, थल्ले टाइम, लेंथ नूं असीं जिहड़ा लेना है मीटर दे विच, टाइम नूं असीं अगेन सैकंड विच, साडे कोल यूनिट बनेगा मीटर पर सैकंड। जे असी फिजिकल क्वांटिटी एरिया की गल करिए, लेंथ नूं ब्रैथ दे नाल मल्टीप्लाई करिए, लेंथ भी मीटर ते ब्रैथ भी मीटर, साडे कोल आ जाएगा मीटर स्क्वेयर। सिमिलरली जे इस तो इलावा असी जिहड़ा है कल वॉल्यूम की गल करिए, लेंथ इंटू ब्रैथ इंटू हाइट
then meter multiply by meter multiply by meter, it will be equal to meter cube. And this is the standard international system, and it is the extended form of MKS. आजकल असी इहो ही सिस्टम जिहड़ा है वर्ल्ड वाइड जिहड़ा इहनूं असी यूज कर